Hello दोस्तों, welcome to Siddhi Punjab. So today we are going to discuss the current affairs that are relevant from 21st to 22nd September. ਸਾਰੇ important current affairs ਆਪਾਂ ਅੱਜ ਕਰਾਂਗੇ। ਠੀਕ ਹੈ ਜੀ, ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਇਨਫੋਰਮ ਕਰ ਦੇਣਾ ਚਾਹਨੀ ਹਾਂ that we have a running prelims test series that is running already on our website www.siddhipunjab.com। ਅਗਰ ਤੁਸੀਂ ਆਪਦੀ learned syllabus ਨੂੰ ਪ੍ਰੈਕਟਿਸ ਕਰਨਾ ਚਾਹੁੰਦੇ ਹੋ, ਰਿਵਾਈਜ਼ ਕਰਨਾ ਚਾਹੁੰਦੇ ਹੋ ਤਾਂ do join this chart of 5 month ਦੀ ਟੈਸਟ ਸੀਰੀਜ਼ ਜਿਹੜੀ ਹੈਗੀ ਹੈ ਸਾਰੇ ਸਬਜੈਕਟਸ ਕਵਰ ਕਰੇਗੀ, ਸੈਕਸ਼ਨ ਵਾਈਜ਼ ਟੈਸਟ ਕਵਰ ਕਰੇਗੀ ਐਂਡ ਦੈਨ ਫੁੱਲ ਲੈਂਥ ਟੈਸਟ ਵੀ ਹੋਣਗੇ। ਪੰਜਾਬ ਦਾ ਸਿਲੇਬਸ ਵੀ ਸਪੈਸੀਫਿਕਲੀ ਇਸ 'ਚ ਟੈਸਟ ਕੀਤਾ ਜਾਏਗਾ ਤਾਂ ਕਿ ਤੁਹਾਡੀ ਕੰਪਰੀਹੈਂਸਿਵ ਤਿਆਰੀ ਹੋਵੇ ਪੰਜਾਬ ਪੀਸੀਐਸ ਲਈ। Right? So if you have any doubt, query regarding this test series and you want to join it, just message us on this number. We'll be there to help you out. ठीक है जी, ਇਸ ਤੋਂ ਇਲਾਵਾ ਹਮਾਰੇ ਸਾਡਾ ਕਰਨਾ ਕੈਸੇ ਹੈ ਪ੍ਰੋਗਰਾਮ ਵੀ ਚੱਲ ਰਿਹਾ ਹੈ। that is basically the mentorship program that we are running to let you know that how you have to study, how you have to plan your days, how you have to make notes, how you have to revise regularly so that you achieve the desired results that you are looking for. Answer writing, language paper, CSAT, everything, every aspect of the examination will be covered here. I will be giving you personal mentorship for anything, any doubt that you have, right? So again, if you feel any doubt in this program, contact us at this number. ठीक है जी। नाउ लेट्स सी टुडेस टॉपिक्स। दो इंपॉर्टेंट टॉपिक्स ਅੱਜ ਆਏ ਨੇ। ਵਿਮਨ ਕੋਟਾ ਬਿੱਲ ਜਿਹੜਾ ਕਿ ਆਪਣੀ ਪਾਰਲੀਮੈਂਟ ਵਿੱਚ ਪਾਸ ਹੋ ਰਿਹਾ ਹੈ, ਉਹਦੇ ਬਾਰੇ ਡਿਸਕਸ ਕਰਾਂਗੇ ਐਂਡ ਦੈਨ ਇੰਡੀਆ ਕੈਨੇਡਾ ਬਾਇਲੇਟਰਲ ਟਾਈਜ਼ ਇਨ ਦੀ ਬੈਕਡ੍ਰੌਪ ਆਫ ਦ ਰੀਸੈਂਟ ਕੰਟਰੋਵਰਸੀ that is going on। ਠੀਕ ਹੈ ਜੀ, ਲੈਟਸ ਸੀ ਫਰਸਟ यूनियन कैबिनेट ਅਪਰੂਵਸ ਵਿਮਨ ਕੋਟਾ ਬਿੱਲ। ਵਿਮਨ ਕੋਟਾ ਬਿੱਲ ਦੀ ਪਹਿਲਾਂ ਗੱਲ ਕਰਦੇ ਹਾਂ। ਆਲਰੇਡੀ ਪਿਛਲੀ ਵੀਡੀਓ 'ਚ ਆਪਾਂ ਡਿਸਕਸ ਕਰ ਚੁੱਕੇ ਹਾਂ ਬੇਸਿਕਸ। ਸੋ ਬਿੱਲ ਜਿਹੜੀ ਹੈ ਆਪਣੀ ਪਾਰਲੀਮੈਂਟ ਵਿੱਚ ਇੰਟਰੋਡਿਊਸ ਹੋਇਆ ਹੈ ਕਿੰਨੇ ਸਾਲਾਂ ਤੋਂ। ਦਿਸ ਇਜ਼ ਨਾਟ ਦ ਨਿਊ ਬਿੱਲ। ਤੁਸੀਂ ਦੇਖੋ ਵੀ ਹੈਵ ਡਨ ਦੀ ਹਿਸਟਰੀ ਆਲਸੋ ਇਨ ਦ ਲਾਸਟ ਕਲਾਸ। 2008 ਵਿੱਚ ਪਹਿਲੀ ਵਾਰ ਵਿਮਨ ਰਿਜ਼ਰਵੇਸ਼ਨ ਲਈ ਬਿੱਲ ਜਿਹੜਾ ਹੈ ਉਹ ਇੰਟਰੋਡਿਊਸ ਹੋਇਆ ਸੀ ਰਾਜ ਸਭਾ ਦੇ ਵਿੱਚ। 2 ਸਾਲ ਤੱਕ ਇਹ ਤੇ ਕੋਈ ਪ੍ਰੋਗਰੈਸ ਨਹੀਂ ਹੋਈ, ਪਰ 2010 ਵਿੱਚ ਜਾ ਕੇ ਰਾਜ ਸਭਾ ਪਾਸਡ ਦਿਸ ਬਿੱਲ ਗਿਵਿੰਗ ਰਾਈਟਸ ਫॉर ਰਿਜ਼ਰਵੇਸ਼ਨ ਟੂ ਦੀ ਵਿਮਨ। ਠੀਕ ਹੈ ਜੀ, ਬਟ ਉਸ ਤੋਂ ਬਾਅਦ 13 ਸਾਲ ਤੱਕ ਇਸ ਬਿੱਲ ਤੇ ਕੋਈ ਪ੍ਰੋਗਰੈਸ ਨਹੀਂ ਹੋਈ, ਰਾਈਟ। ਐਂਡ ਇਫ ਯੂ ਹੈਵ ਰੈਡ ਬੇਸਿਕ ਪੋਲਿਟੀ ਯੂ ਵਿਲ ਅੰਡਰਸਟੈਂਡ ਕਿ ਅਗਰ ਇੱਕ ਬਿੱਲ ਰਾਜ ਸਭਾ ਵਿੱਚ ਪਾਸ ਹੋ ਜਾਂਦਾ ਹੈ then it does not lapse। ਲੈਪਸਿੰਗ ਉਸ ਬਿੱਲ ਦੀ ਨਹੀਂ ਹੁੰਦੀ ਹੈ, ਉਹ ਉਸੇ ਤਰੀਕੇ ਨਾਲ ਪਾਰਲੀਮੈਂਟ ਵਿੱਚ ਪਿਆ ਰਹਿੰਦਾ ਹੈ ਜਿਨ੍ਹਾਂ ਤੱਕ ਲੋਕ ਸਭਾ ਉਤੇ ਕੋਈ ਡਿਸੀਜਨ ਨਹੀਂ ਲੈਂਦੀ। ਠੀਕ ਹੈ ਜੀ, ਸੋ ਹੁਣ 13 ਇਅਰਸ ਦੇ ਬਾਅਦ 2023 ਵਿੱਚ ਲੋਕ ਸਭਾ ਨੇ ਵੀ ਇਹ ਵਿਮਨ ਰਿਜ਼ਰਵੇਸ਼ਨ ਬਿੱਲ ਜਿਹੜਾ ਹੈ ਫਾਈਨਲੀ ਪਾਸ ਕਰ ਦਿੱਤਾ ਹੈ, ਰਾਈਟ। ਨਾਓ ਹੁਣੇ ਪ੍ਰੈਜ਼ੀਡੈਂਟ ਦੇ ਅਪਰੂਵਲ ਵਗੈਰਾ ਲਈ ਜਾਏਗਾ, ਫਿਰ ਆਪਾਂ ਦੇਖਦੇ ਹਾਂ ਫਿਰ ਇਹ ਲਾਅ ਦੀ ਫਾਰਮ ਵਿੱਚ ਆ ਸਕਦਾ ਹੈ, ਰਾਈਟ। ਸੋ ਇਹ ਬਿੱਲ ਕਿਆ ਕਰਨਾ ਚਾਹ ਰਿਹਾ ਹੈ, 33% ਸੀਟਸ ਜਿਹੜੀਆਂ ਵਿਮਨ ਲਈ ਰਿਜ਼ਰਵ ਕਰੇਗਾ ਇਨ ਦੀ ਲੋਕ ਸਭਾ, ਸਟੇਟ ਅਸੈਂਬਲੀਜ਼, ਦਿੱਲੀ ਅਸੈਂਬਲੀ। ਠੀਕ ਹੈ, ਜਿੰਨੀ ਵੀ ਆਪਣੀ ਲੈਜਿਸਲੇਟਿਵ ਬੋਡੀਜ਼ ਹੈ ਸੈਂਟਰ ਤੇ ਸਟੇਟ ਤੇ, ਉੱਥੇ ਵਿਮਨ ਲਈ ਸੀਟਸ ਰਿਜ਼ਰਵ ਹੋਣਗੀਆਂ। ਠੀਕ ਹੈ, ਹਮੇਸ਼ਾ ਧਿਆਨ ਰੱਖੋ ਦਿਸ ਇਜ਼ ਨਾਟ ਰਿਲੇਟਡ ਟੂ ਬਿਊਰੋਕ੍ਰੇਸੀ। ਐਵੇਂ ਨਹੀਂ ਹੈ ਕਿ ਤੁਸੀਂ ਹੁਣ ਸਿਵਲ ਸਰਵਿਸਿਜ਼ ਦੇ ਐਸਪੀਰੈਂਟ ਹੋ ਤੇ ਤੁਸੀਂ ਸੋਚੋ ਕਿ ਤੁਹਾਡੇ ਲਈ ਵੀ ਰਿਜ਼ਰਵੇਸ਼ਨ ਸਟਾਰਟ ਹੋ ਜਾਏਗੀ। that is not true, this is just for legislature। ਲੈਜਿਸਲੇਚਰ ਦੇ ਵਿੱਚ ਵਿਮਨ ਨੂੰ ਰਿਪਰੈਜ਼ੈਂਟੇਸ਼ਨ ਦੇਣ ਲਈ ਉੱਥੇ ਇਹ ਰਿਜ਼ਰਵੇਸ਼ਨ ਦਾ ਜਾਂ ਕੋਟਾ ਬਿੱਲ ਜਿਹੜਾ ਹੈ ਪਾਸ ਕੀਤਾ ਗਿਆ ਹੈ। ਵੈਸੇ ਪੰਜਾਬ ਪੀਸੀਐਸ 'ਚ ਅਗਰ ਤੁਸੀਂ ਦੇਖੋ ਵਿਮਨ ਰਿਜ਼ਰਵੇਸ਼ਨ ਆਲਰੇਡੀ ਹੈਗੀ ਹੈ ਤਾਂ ਪੰਜਾਬ ਵਿੱਚ ਤਾਂ ਵਿਮਨ ਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ, ਬਟ ਇਹਦੇ ਨਾਲ ਸੈਂਟਰਲ ਲੈਵਲ ਤੇ ਤੁਹਾਨੂੰ ਹਜੇ ਨਹੀਂ ਮਿਲੀ ਹੈ। ਦਿਸ ਇਜ਼ ਜਸਟ ਫॉर ਲੈਜਿਸਲੇਚਰ। ਠੀਕ ਹੈ ਜੀ, ਹੁਣ ਇਸ ਬਿੱਲ ਦਾ ਸਿਗਨੀਫਿਕੈਂਸ ਕਿਆ ਹੈ that is important for us to understand। ਠੀਕ ਹੈ ਜੀ, ਦਿਸ ਇਜ਼ ਅ ਵੈਰੀ ਇੰਪੋਰਟੈਂਟ ਬਿੱਲ ਟੂ ਐਸਟੈਬਲਿਸ਼ ਜੈਂਡਰ ਇਕੁਐਲਿਟੀ, ਜੈਂਡਰ ਇਕੁਇਟੀ ਇਨ ਦੀ ਪੋਲੀਟੀਕਲ ਫੀਲਡ। ਠੀਕ ਹੈ, ਆਪਾਂ ਦੇਖਦੇ ਹਾਂ ਕਰੰਟਲੀ ਅਗਰ ਤੁਸੀਂ ਵਿਮਨ ਦੀ ਰਿਪਰੈਜ਼ੈਂਟੇਸ਼ਨ ਦੇਖੋ ਪਾਰਲੀਮੈਂਟ ਵਿੱਚ ਇਟ ਵੁੱਡ ਬੀ ਅਰਾਊਂਡ 14%। ਠੀਕ ਹੈ, 14-15% ਦੇ ਅਰਾਊਂਡ ਹੀ ਰਿਪਰੈਜ਼ੈਂਟੇਸ਼ਨ ਹੈ। 75 ਸਾਲ ਹੋ ਗਏ ਸਾਡੀ ਆਜ਼ਾਦੀ ਨੂੰ। not a very significant jump we have seen in the representation of women in the parliament or the legislative bodies। ਇਸੇ ਲਈ ਜੈਂਡਰ ਇਕੁਐਲਿਟੀ ਲਿਆਉਣ ਲਈ ਰਿਜ਼ਰਵੇਸ਼ਨ ਇੰਪੋਰਟੈਂਟ ਹੈ। ਠੀਕ ਹੈ ਜੀ, ਸੈਕਿੰਡ ਵਿਮਨ ਨੂੰ ਪੋਲੀਟੀਕਲ ਇਨਕਲੂਜਨ ਦੇਣਾ, ਹਰ ਪੋਲੀਟੀਕਲ ਬੋਡੀ ਵਿੱਚ ਵਿਮਨ ਦੀ ਰਿਪਰੈਜ਼ੈਂਟੇਸ਼ਨ ਹੋਵੇ, ਇਸੇ ਲਈ ਵੀ ਇਹ ਰਿਜ਼ਰਵੇਸ਼ਨ ਬਿੱਲ ਇੰਪੋਰਟੈਂਟ ਹੈ। ਦੈਨ ਇਨਕਲੂਸਿਵ ਡਿਸੀਜਨ ਮੇਕਿੰਗ। ਦੇਖੋ ਮੈਂ ਲਾਸਟ ਡਿਸਕਸ਼ਨ 'ਚ ਵੀ ਤੁਹਾਨੂੰ ਦੱਸਿਆ ਸੀ ਜਦੋਂ ਵੀ ਕੋਈ ਡਿਸੀਜਨ ਲਿੱਤਾ ਜਾਂਦਾ ਹੈ ਵਿਮਨ ਦੇ ਇੰਟਰਸਟ, ਵਿਮਨ ਦਾ ਪਰਸਪੈਕਟਿਵ ਕੈਨ ਬੀ ਡਿਫਰੈਂਟ, ਰਾਈਟ। ਲਾਈਕ ਆਈ ਗੇਵ ਯੂ ਦਾ ਐਗਜ਼ਾਮਪਲ ਆਫ ਸੈਨਟਰੀ ਪੈਡਸ, ਬੈਸਟ ਐਗਜ਼ਾਮਪਲ ਹੈ, ਇਸੇ ਲਈ ਆਈ ਐਮ ਰਿਪੀਟਿੰਗ ਦੈਟ ਆਲਸੋ। ਸੋ ਜਦੋਂ ਸੈਨਟਰੀ ਪੈਡਸ, ਜਦੋਂ ਜੀਐਸਟੀ ਆਇਆ ਸੀ, ਜੀਐਸਟੀ ਇਜ਼ ਅ ਲਾਅ, ਹੁਣ ਉਹਨੂੰ ਜੈਂਡਰ ਇਨਕਲੂਸਿਵ ਤੁਸੀਂ ਕਿਵੇਂ ਬਣਾਓ that only women can tell। ਹੁਣ ਜਦੋਂ ਜੀਐਸਟੀ ਇਹਨਾਂ ਨੇ ਇੰਟਰੋਡਿਊਸ ਕੀਤਾ ਤਾਂ ਸੈਨੀਟਰੀ ਨੈਪਕਿਨਸ ਤੇ 12% ਔਰ ਸੋ ਇਹਨਾਂ ਨੇ ਜੀਐਸਟੀ ਇੰਪਲੀਮੈਂਟ ਕਰ ਦਿੱਤਾ ਸੀ। now only a women knows that sanitary pad ਕਿੰਨਾ ਇੰਪੋਰਟੈਂਟ ਹੈ ਐਂਡ only a women knows ਕਿ ਇੰਡੀਆ ਵਿੱਚ
बहुत सारी ਇਹੋ ਜਿਹੀ women ਹੈ ਮਤਲਬ those who do not have access to sanitary pads ਅਗਰ ਤੁਸੀਂ ਇੰਡੀਆ ਦਾ ਡਾਟਾ ਦੇਖੋ not more than 20 to 30% women in India have access to sanitary pads. All other women are using unhygienic ways of managing their monthly reproductive cycle, right? Menstrual cycle, sorry, not exactly reproductive cycle. तो ਮਤਲਬ ਇਹੋ ਜਿਹੇ ਪ੍ਰੋਡਕਟ ਤੇ ਜਿਹੜਾ ਆਲਰੇਡੀ ਵਿਮਨ ਅਫੋਰਡ ਨਹੀਂ ਕਰ ਪਾ ਰਹੀਆਂ ਹੈ ਉਹ ਤੇ ਤੁਸੀਂ 12% ਟੈਕਸ ਲਗਾ ਰਹੇ ਹੋ that means it will leave women more backward back in the health services. ਠੀਕ ਹੈ, ਬਾਹਰਲੇ ਦੇਸ਼ਾਂ 'ਚ ਤੁਸੀਂ ਦੇਖੋ ਤਾਂ ਸੈਨੇਟਰੀ ਪੈਡ ਨੂੰ ਹੈਲਥ ਸਰਵਿਸ ਹੈਲਥ ਪ੍ਰੋਡਕਟ ਦੀ ਤਰ੍ਹਾਂ ਟਰੀਟ ਕੀਤਾ ਜਾਂਦਾ ਹੈ ਤੇ ਬਹੁਤ ਸਾਰੀ ਕੰਟਰੀਜ਼ 'ਚ ਫ੍ਰੀ ਜਾਂ ਨੋਮੀਨਲ ਪ੍ਰਾਈਸਿਸ ਤੇ ਵੀ ਦਿੱਤਾ ਜਾਂਦਾ ਹੈ ਬਟ ਨਾਓ ਇੰਡੀਆ ਵਿੱਚ ਆਪਾਂ ਇਹੋ ਜਿਹੀ ਪਾਲਿਸੀ ਬਣਾ ਰਹੇ ਹਾਂ ਸੋ ਇਹੋ ਜਿਹੀ ਪਾਲਿਸੀ that is not including the interest of the women. That is because women ਦੀ voice ਨਹੀਂ ਹੈ ਤੁਸੀਂ ਦੇਖੋ ਇਸ law ਨੂੰ change ਕਰਾਉਣ ਵਿੱਚ women parliamentarians ਦਾ ਬਹੁਤ ਵੱਡਾ ਰੋਲ ਸੀ they actually spoke up the issue of sanitary napkin penetration in India. ਉਹਨਾਂ ਨੇ ਕਿਹਾ ਕਿ ਇਹ ਇੱਕ health product ਹੈ should not be taxed at this level. then ਜਾ ਕੇ GST rate ਇਹ ਤੇ ਘਟਾਇਆ ਗਿਆ ਰਾਈਟ ਸੋ ਇਹ ਦੇਖੋ ਅਗਰ women ਸੀਗੀਆਂ ਤਾਂ ਆਪਾਂ ਇਹ ਜੀ ਪਾਲਿਸੀਜ਼ ਤੇ ਦਬਾਅ ਪਾ ਪਾਏ ਅਗਰ ਆਪਾਂ ਚਾਹੁੰਦੇ ਹਾਂ ਕਿ ਹਰ ਫੀਲਡ 'ਚ ਵਿਮਨ ਸਪੀਕ ਕਰ ਸਕਣ ਤਾਂ ਇਟ ਇਜ਼ ਵੈਰੀ ਇੰਪੋਰਟੈਂਟ ਇਨਕਲੂਸਿਵ ਪਾਲਿਸੀ ਮੇਕਿੰਗ ਲਈ ਇਨਕਲੂਸਿਵ ਡਿਸੀਜਨ ਮੇਕਿੰਗ ਲਈ ਵਿਮਨ ਦੀ ਰਿਪਰੈਜ਼ੈਂਟੇਸ਼ਨ ਬਹੁਤ ਇੰਪੋਰਟੈਂਟ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਦੇਖੋ ਆਪਣੀ 73rd 74th ਅਮੈਂਡਮੈਂਟ ਨੇ ਵਿਮਨ ਨੂੰ ਪੀਆਰਆਈਜ਼ ਵਿੱਚ ਯੂਐਲਬੀਜ਼ ਵਿੱਚ ਰਿਜ਼ਰਵੇਸ਼ਨ ਆਲਰੇਡੀ ਦੇ ਦਿੱਤੀ ਹੈ ਰਾਈਟ ਆਲਦੋ ਪੰਜਾਬ ਪੰਚਾਇਤ ਪਤੀ ਵਗੈਰਾ ਇਹ ਜਿਹੇ ਕਨਸੈਪਟ ਆਪਾਂ ਬਹੁਤ ਦੇਖਦੇ ਹਾਂ ਬਟ ਸਟਿਲ देयर आर ਮੈਨੀ ਏਰੀਆਜ਼ ਜਿੱਥੇ ਇੰਪਾਵਰਡ ਵਿਮਨ ਲੀਡਰਸ ਜਿਹੜੇ ਹੈ ਉਹ ਇਮਰਜ ਹੋ ਕੇ ਆਏ ਹੈ ਠੀਕ ਹੈ ਸੋ ਇੰਨਾ ਇੰਪਾਵਰਡ ਵਿਮਨ ਲੀਡਰਸ ਨੇ ਕਿਆ ਕੀਤਾ ਹੈ ਵਿਮਨ ਇਸ਼ੂਜ਼ ਨੂੰ ਸੈਂਟਰਲ ਸਟੇਜ ਤੇ ਲਿਆਇਆ ਹੈ ਨਹੀਂ ਤਾਂ ਪਹਿਲਾਂ ਕੋਈ ਪੁੱਛਦਾ ਹੀ ਨਹੀਂ ਸੀ ਕਿ ਵਿਮਨ ਦੀ ਨੀਡ ਕਿਆ ਹੈ ਤੁਸੀਂ ਦੇਖੋਗੇ ਮੋਸਟਲੀ women specific policies या women ਦਾ perspective policies which lacking ਸੀ but since we have seen कि women leadership आई है they have started thinking exclusively for women issues that are there and women and children issues also so women issues central stage te aa gaya with the women leadership coming up that will happen if we bring women into the parliament and legislatures also ਠੀਕ ਹੈ ਜੀ ਵਿਮਨ ਦੇ ਤਰਫ ਰਿਸਪੌਂਸਿਵਨੈਸ ਜ਼ਿਆਦਾ ਵੱਧ ਗਈ ਹੈ ਜਿਵੇਂ ਬਹੁਤ ਸਾਰੀ ਪੰਚਾਇਤਾਂ ਹੈ ਜਿੱਥੇ ਜਿਹੜੀਆਂ ਵਿਮਨ ਲੀਡਰਸ ਹੈ ਦੇ ਆਰ ਡਾਇਰੈਕਟਲੀ ਕਮਿੰਗ ਇਨ ਕੰਟੈਕਟ ਵਿਦ ਦ ਪੁਲਿਸ ਫੋਰਸਸ ਐਂਡ ਮੇਕਿੰਗ ਦੀ ਪੁਲਿਸ ਸੈਂਸਿਟਿਵ ਅਬਾਊਟ ਦੀ ਵਿਮਨ ਕ੍ਰਾਈਮ ਠੀਕ ਹੈ ਵਿਮਨ ਨਾਲ ਤੁਸੀਂ ਕਿਵੇਂ ਡੀਲ ਕਰਨਾ ਹੈ ਅਗਰ ਵਿਮਨ ਯੂ نو ਪੁਲਿਸ ਸਟੇਸ਼ਨ ਜਾਂਦੀ ਹੈ how you should make her feel secure how you should make her open to you so that she can tell about all the issues that she is facing ठीक है सो इस तरीके की रिस्पॉन्सिवनेस सेंसिटिविटी टुवर्ड्स वुमेन इश्यूज दैट हैज इंक्रीज्ड एंड जेंडर बजटिंग ਦਾ ਵੀ ਇੰਫੋਸਿਸ ਜ਼ਿਆਦਾ ਹੈ ਜਿੰਨਾ ਵੀ ਅਸੀਂ ਪੈਸਾ ਲਗਾਉਂਦੇ ਹੈ ਡਿਵੈਲਪਮੈਂਟ ਪ੍ਰੋਸੈਸਸ ਵਿੱਚ ਉਸ ਚ ਸਪੈਸੀਫਿਕਲੀ ਵਿਮਨ ਲਈ ਐਲੋਕੇਸ਼ਨਸ ਹੋਣ ਵਿਮਨ ਦੇ ਇਸ਼ੂਜ਼ ਲਈ ਵਿਮਨ ਦੀ ਐਲੀਵੇਸ਼ਨ ਲਈ ਐਲੋਕੇਸ਼ਨਸ ਹੋਣ that has increased with women leadership ठीक है सो अगर पीआरआईज ਤੇ ਇਹ ਹੋਇਆ ਹੈ ਅਗਰ ਆਪਾਂ ਇਹ ਸਿਮਿਲਰ ਚੀਜ਼ ਸਿਮਿਲਰ ਰਿਜ਼ਰਵੇਸ਼ਨ ਪਾਰਲੀਮੈਂਟਰੀ ਲੈਵਲ ਤੇ ਕਰਾਂਗੇ ਤਾਂ ਹਾਈਐਸਟ ਪਾਲਿਸੀ ਮੇਕਿੰਗ ਲੈਵਲ ਤੇ ਵੀ we will see these changes coming up and that is why this bill is important ठीक है जी so that is why these are all the significance that I have discussed but issue बस यही है कि slow implementation ਬਹੁਤ ਹੋ ਰਹੀ ਹੈ ਤੁਸੀਂ ਦੇਖ ਹੀ ਰਹੇ ਹੋ 2008 ਤੋਂ ਇਹ ਬਿੱਲ ਇੰਟਰੋਡਿਊਸ ਕੀਤਾ ਗਿਆ ਸੀ ਤੇ ਅੱਜ ਤੱਕ ਇਹ ਡੇ ਆਫ ਦੀ ਲਾਈਟ ਨਹੀਂ ਦੇਖ ਪਾਇਆ ਹੈ ਰਾਈਟ ਵੀ ਆਰ ਹੋਪਿੰਗ ਕਿ ਹੁਣ ਇਹ ਜਲਦੀ ਪ੍ਰੋਸੈਸ ਹੋਵੇ ਐਂਡ ਵਿਮਨ ਦੇ ਰਾਈਟਸ ਨੂੰ ਰਿਕਗਨਾਈਜ਼ ਕੀਤਾ ਜਾਵੇ right now next area बहुत important topic India Canada bilateral ties so you are seeing already spat going on between India and Canada entire background मैं already discuss कर चुकी हैं so here I'll just jump into the actual discussion तो देखो बिकॉज इंडिया कैनेडा ਹੁਣ ਨਿਊਜ਼ 'ਚ ਹੈ ਤਾਂ ਆਪਣੇ ਲਈ ਬਹੁਤ ਇੰਪੋਰਟੈਂਟ ਬਣ ਜਾਂਦੇ ਆ ਆਲਰੇਡੀ ਦੇਖੋ 2021 ਵਾਲੇ ਪੇਪਰ ਵਿੱਚ 2021 ਵਾਲੇ ਪੇਪਰ ਵਿੱਚ ਇੰਡੀਆ ਕੈਨੇਡਾ ਤੇ ਕੁਐਸਚਨ ਪੁੱਛਿਆ ਗਿਆ what has been Canada's response to India's proposed farm laws ਇਹ ਉਦੋਂ ਦੇਖੋ 2019 ਵਿੱਚ ਫਾਰਮ ਲਾਅ ਫਾਰਮ ਪ੍ਰੋਡਕਟਸ ਬਹੁਤ ਚੱਲ ਰਹੇ ਸੀ 2020 ਦੇ ਅਰਾਊਂਡ ਤੇ ਉਦੋਂ ਇਹ ਕੁਐਸਚਨ ਪੁੱਛਿਆ ਗਿਆ ਹਾਊ ਵਿਲ ਇਟ ਇੰਪੈਕਟ ਇੰਡੀਆ ਕੈਨੇਡਾ ਬਾਇਲੇਟਰਲ ਰਿਲੇਸ਼ਨਸ਼ਿਪਸ ਠੀਕ ਹੈ ਸੋ ਹੁਣ ਵੀ ਆ ਸਕਦਾ ਹੈ ਕਿ ਕਿਵੇਂ ਇੰਡੀਆ ਕੈਨੇਡਾ ਦੇ ਰਿਲੇਸ਼ਨਸ਼ਿਪ will be impacted by the latest suspension or diplomatic relations this type of question can be asked तो ਆਪਾਂ ਇੰਡੀਆ ਕੈਨੇਡਾ ਰਿਲੇਸ਼ਨਸ ਅੱਜ ਡਿਟੇਲ ਚ ਕਰ ਲਵਾਂਗੇ ਰਾਈਟ ਅਗਰ ਤੁਸੀਂ ਹਿਸਟਰੀ ਦੇਖੋ ਇੰਡੀਆ ਕੈਨੇਡਾ ਟਾਈਜ਼ ਦੀ ਤਾਂ ਅਸੀਂ ਕਾਫੀ ਸ਼ੁਰੂ ਤੋਂ ਹੀ ਮਤਲਬ ਆਪਦੇ ਇੰਡੀਪੈਂਡੈਂਸ ਦੇ ਟਾਈਮ ਤੋਂ ਹੀ ਕਨੈਕਟਡ ਹੈ ਬਿਫੋਰ ਇੰਡੀਪੈਂਡੈਂਸ ਦੇਖੋ ਬ੍ਰਿਟਿਸ਼ ਦੇ ਟਾਈਮ ਤੇ ਬਹੁਤ ਸਾਰੇ ਮਾਈਗ੍ਰੈਂਟਸ ਜਿਹੜੇ ਆ ਇੰਡੀਆ ਤੋਂ ਕੈਨੇਡਾ ਦੇ ਵੱਲ ਗਏ ਸਪੈਸ਼ਲੀ ਪੰਜਾਬ ਵਿੱਚੋਂ ਮਾਈਗ੍ਰੇਸ਼ਨ ਜਿਹੜੀ ਹੈ ਕਾਫੀ ਜ਼ਿਆਦਾ ਰਹੀ ਹੈ ਸਪੈਸ਼ਲੀ ਆਫਟਰ ਦੀ 1980s
ठीक है। सो 1947 ਚ ਅਗਰ ਤੁਸੀਂ ਦੇਖੋ ਆਪਣੇ ਇੰਡੀਪੈਂਡੈਂਸ ਦੇ ਟਾਈਮ ਤੇ ਵੀ ਐਸਟੈਬਲਿਸ਼ ਡਿਪਲੋਮੈਟਿਕ ਰਿਲੇਸ਼ਨਸ ਵਿਦ ਕੈਨੇਡਾ, ਰਾਈਟ। ਉਸ ਤੋਂ ਬਾਅਦ ਬਿਕੋਜ਼ ਇੰਡੀਆ ਵਾਜ਼ ਅ ਡਿਵੈਲਪਿੰਗ ਕੰਟਰੀ, ਕਲੋਨੀਅਲ ਪੀਰੀਅਡ ਚੋਂ ਆਪਾਂ ਬਾਹਰ ਨਿਕਲੇ ਸੀ, ਤਾਂ ਆਪਣੀ ਹੈਲਪ ਕਰਨ ਲਈ ਕੈਨੇਡਾ ਨੇ ਆਪਾਂ ਨੂੰ ਏਡ ਵੀ ਦਿੱਤੀ ਡਿਫਰੈਂਟ ਫਾਰਮਸ ਵਿੱਚ, ਰਾਈਟ। ਪੈਸਾ ਹੋ, ਫੂਡ ਹੋ, ਇਨ ਡਿਫਰੈਂਟ ਵੇਜ਼ ਦੇ ਟਰਾਈ ਟੂ ਹੈਲਪ ਅਸ ਅੰਡਰ ਦੀ ਕੋਲੰਬੋ ਪਲਾਨ ਆਫ USA, ਰਾਈਟ। ਐਂਡ ਉਸ ਤੋਂ ਬਾਅਦ ਕੈਨੇਡਾ ਨੇ ਸਾਡੇ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟਸ ਐਂਡ ਇਸ ਤਰੀਕੇ ਨਾਲ ਡਿਫਰੈਂਟ ਵੇਜ਼ 'ਚ ਸਾਨੂੰ ਏਡ ਤੇ ਸਪੋਰਟ ਦੇਣ ਦੀ ਕੋਸ਼ਿਸ਼ ਕੀਤੀ, ਰਾਈਟ। ਬਟ ਤੁਹਾਨੂੰ ਸਭ ਨੂੰ ਪਤਾ ਹੈ 1974 ਵਿੱਚ ਇੰਡੀਆ ਨੇ ਨਿਊਕਲੀਅਰ ਟੈਸਟ ਕੀਤੇ, ਐਂਡ ਦਿਸ ਇਜ਼ ਵਾਟ ਐਂਟਾਗਨਾਈਜ਼ਡ ਦੀ ਇੰਟਾਇਰ ਵੈਸਟਰਨ ਵਰਲਡ। ਜਿੰਨੀ ਵੀ ਵੈਸਟਰਨ ਕੰਟਰੀਜ਼ ਸੀ, USA and every other country, they were, threatened with the launching of this nuclear test, and that is when our relations with the Western world started going downwards, including China. Sorry, including Canada, right? So ਇਹ ਕਾਫੀ ਦੇਰ ਤੱਕ ਇਹੀ ਰਿਹਾ। ਇसीलिए ਤੁਸੀਂ ਦੇਖੋ 1985 ਦੇ ਵਿੱਚ ਇੰਡੀਆ ਦੀ ਫਲਾਈਟ, 에ਅਰ ਇੰਡੀਆ ਫਲਾਈਟ 18-2, ਇਹਨੂੰ ਵੀ ਬੌਂਬ ਕਰ ਦਿੱਤਾ ਗਿਆ ਸੀ ਬਾਈ ਸਿੱਖ ਸੈਪਰੇਟਿਸਟ। ਉਦੋਂ ਤੁਹਾਨੂੰ ਪਤਾ ਹੈ ਸਿੱਖ ਸੈਪਰੇਟਿਸਟ ਮੂਵਮੈਂਟ ਚੱਲ ਰਹੀ ਸੀ ਪੰਜਾਬ ਦੇ ਵਿੱਚ, ਐਂਡ ਕੈਨੇਡਾ ਨੇ ਕੈਨੇਡਾ ਜ਼ਿਆਦਾ ਕੁਝ ਕਰ ਨਹੀਂ ਪਾਇਆ, ਬਟ ਉਸ ਤੋਂ ਬਾਅਦ ਕੈਨੇਡਾ ਨੇ ਐਂਟੀ ਟੈਰਰਿਜ਼ਮ ਡਾਇਲੋਗ ਬਣਾਉਣ ਦਾ ਕੋਸ਼ਿਸ਼ ਕੀਤਾ, ਰਾਈਟ। ਬਟ ਰਿਲੇਸ਼ਨਸ ਜਿਹੜੇ ਆ ਕਾਫੀ ਤੁਸੀਂ ਕਹਿ ਸਕਦੇ ਹੋ ਅਲੂਫ ਰਹੇ, ਜ਼ਿਆਦਾ ਇੰਗੇਜਮੈਂਟ ਨਹੀਂ ਸੀ, ਠੀਕ ਹੈ। ਬਟ ਧੀਰੇ ਧੀਰੇ ਜਿਵੇਂ ਜਿਵੇਂ ਰਿਲੇਸ਼ਨਸ ਨੋਰਮਲਾਈਜ਼ ਹੁੰਦੇ ਰਹੇ, ਇੰਡੀਆ ਦੀ ਸਿਕਿਉਰਿਟੀ ਲੈਵਲ ਵੱਧਦੇ ਰਹੇ, ਇੰਡੀਆ ਚੋਂ ਮਾਈਗ੍ਰੇਸ਼ਨ ਹੋਰ ਹੁੰਦੀ ਰਹੀ, ਇਸੇ ਤਰੀਕੇ ਨਾਲ ਆਪਣੀ ਇੰਗੇਜਮੈਂਟ ਜਿਹੜੀ ਹੈ ਡੀਪਨ ਹੁੰਦੀ ਰਹੀ ਓਵਰ ਦੀ ਈਅਰਸ। ਐਂਡ ਵੀ ਹੈਵ ਸੀਨ ਦੈਟ 2011 ਨੂੰ ਦੋਨੋਂ ਕੰਟਰੀਜ਼ ਨੇ ਈਅਰ ਆਫ ਇੰਡੀਆ ਇਨ ਕੈਨੇਡਾ ਵੀ ਡਿਕਲੇਅਰ ਕੀਤਾ, ਰਾਈਟ। ਜੁਆਇੰਟ ਇਨੀਸ਼ੀਏਟਿਵਸ ਵਗੈਰਾ ਬਹੁਤ ਸ਼ੁਰੂ ਹੋਣ ਲੱਗ ਗਏ, ਐਂਡ ਈਵਨ 2015 ਵਿੱਚ ਸਟ੍ਰੈਟੇਜਿਕ ਪਾਰਟਨਰਸ਼ਿਪ ਦੇ ਲੈਵਲ ਤੇ ਵੀ ਦੋਨਾਂ ਦਾ ਰਿਲੇਸ਼ਨਸ਼ਿਪ ਪਹੁੰਚ ਗਿਆ, ਰਾਈਟ। ਬਟ ਹੁਣ ਆਪਾਂ ਰੀਸੈਂਟਲੀ ਇਸ਼ੂਜ਼ ਦੇਖ ਰਹੇ ਹਾਂ ਕੈਨੇਡਾ ਦੀ। ਦੇਖੋ ਪੋਲਿਟਿਕਸ ਵਿੱਚ ਸਿੱਖ ਡਾਇਸਪੋਰਾ ਦਾ ਬਹੁਤ ਜ਼ਿਆਦਾ ਰੋਲ ਹੈ। ਬਹੁਤ ਸਾਰੇ ਇੰਡੀਅਨ ਸਿੱਖਸ ਹੈ who have gained Canadian citizenship, ਤੇ almost 2% of Canada's population is being held by Sikhs। ਤੁਸੀਂ ਕਰੰਟ ਉਹਨਾਂ ਦੇ ਪੀਐਮ ਵੀ ਦੇਖੋ, ਜਸਟਿਨ ਟਰੂਡੋ ਜਿਹੜੇ ਨੇ ਉਹ ਪਾਵਰ 'ਚ ਇਸੇ ਲਈ ਆਏ ਪਾਏ ਨੇ ਬਿਕੋਜ਼ ਦੇ ਹੈਵ ਕਮ ਇਨ ਕੋਐਲੀਸ਼ਨ ਵਿਦ ਅ ਸਿੱਖ ਪਾਰਟੀ, ਠੀਕ ਹੈ। ਉਹ ਥੋੜੇ ਜਿਹੇ ਸ਼ਾਰਟ ਸੀਗੇ ਮੈਜੋਰਿਟੀ ਤੋਂ, that is why he formed a coalition with his Sikh party that is there in Canadian Parliament, and ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨੇ ਗਵਰਨਮੈਂਟ ਬਣਾਈ ਹੋਈ ਹੈ। ਹੁਣ ਅਗਰ ਉਹ ਇੰਨਾ ਸਿੱਖ ਪਾਰਟੀ ਦੇ ਨੀਡਸ ਨੂੰ, ਇਹਨਾਂ ਦੇ ਡਿਮਾਂਡਸ ਨੂੰ ਪੂਰਾ ਨਹੀਂ ਕਰਨਗੇ ਤਾਂ ਓਬਵੀਅਸਲੀ ਉਹਨਾਂ ਦੀ ਕੋਐਲੀਸ਼ਨ ਹਿਲ ਜਾਏਗੀ। ਇਸੇ ਲਈ ਉਹ ਸਭ ਕੁਝ ਕਰਦੇ ਹੈ ਜੋ ਵੀ ਇਹ ਕਹਿੰਦੇ ਨੇ, ਐਂਡ ਦੇ whatever they say that is usually not in the interest of India's security and sovereignty. They want a separate Sikh state. Now this is not going to serve any purpose. We are living here in a unified manner, ਸਾਰੇ ਅਸੀਂ ਭਾਈਚਾਰੇ ਨਾਲ ਯੂਨਿਟੀ ਦੇ ਵਿੱਚ ਰਹਿ ਰਹੇ ਹਾਂ। ਇਹ ਲੋਕ ਦੇਖੋ ਇਹ ਕੰਪਲੀਟਲੀ ਉੱਥੇ ਜਾ ਕੇ ਬਸ ਗਏ ਨੇ, ਇਹਨਾਂ ਦੀ ਸਾਰੀ ਪ੍ਰਾਪਰਟੀ, ਇਹਨਾਂ ਦੇ ਬੱਚੇ, ਸਭ ਕੁਝ ਉੱਥੇ ਹੈ। ਜਿੰਨੇ ਵੀ ਤੁਸੀਂ ਦੇਖੋ ਕੈਨੇਡਾ ਵਿੱਚ ਖਾਲਿਸਤਾਨੀ ਐਲੀਮੈਂਟਸ ਹੈ, ਦੇ ਹੈਵ देयर ਇੰਟਾਇਰ ਲਾਈਫ ਬੇਸਡ ਇਨ ਕੈਨੇਡਾ ਔਰ ਐਨੀ ਅਦਰ ਕੰਟਰੀ ਲਾਈਕ ਇੰਗਲੈਂਡ, US ਔਰ ਐਨੀਵੇਅਰ ਐਲਸ। ਬਟ ਇਹ ਕਿਆ ਕਰਨਾ ਚਾਹੁੰਦੇ ਹੈ, ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਇਨਸਟੇਬਿਲਿਟੀ ਕ੍ਰੀਏਟ ਕਰਨਾ ਚਾਹੁੰਦੇ ਹੈ। ਦਾ ਡਾਇਰੈਕਟਲੀ ਇੰਪੈਕਟ ਕਿਹਨੂੰ ਹੋਏਗਾ? ਅਗਰ ਤੁਸੀਂ ਦੇਖੋ ਇਹਦਾ ਇੰਪੈਕਟ ਸਾਡੇ ਪੰਜਾਬ ਦੀ ਇੰਟਾਇਰ ਪੋਪੂਲੇਸ਼ਨ ਨੂੰ ਹੋਏਗਾ। ਅਸੀਂ ਲੜਾਂਗੇ, ਅਸੀਂ ਮਰਾਂਗੇ, ਸਾਡੇ ਵਿੱਚ ਦੰਗੇ ਹੋਣਗੇ, ਸਾਡੀ ਪ੍ਰਾਪਰਟੀ ਖਤਮ ਹੋਏਗੀ, ਸਾਡੀ ਇੰਡਸਟਰੀਜ਼ ਖਤਮ ਹੋਣਗੀਆਂ, ਕੋਈ ਵੀ ਪੰਜਾਬ ਵਿੱਚ ਇਨਵੈਸਟ ਨਹੀਂ ਕਰਨਾ ਚਾਹੇਗਾ। ਪੰਜਾਬ ਫਿਰ ਤੋਂ ਬੈਕਵਰਡ ਬਣ ਜਾਏਗਾ ਜਿਵੇਂ ਇਹ ਪਹਿਲਾਂ ਇੰਡੀਪੈਂਡੈਂਸ ਦੇ ਟਾਈਮ ਤੇ ਸੀ, ਰਾਈਟ। ਸੋ ਐਕਚੁਅਲੀ ਕਿਆ ਹੋ ਰਿਹਾ ਹੈ, ਇਹ ਲੋਕ ਆਪਣੇ ਪੋਲੀਟੀਕਲ ਇੰਟਰਸਟ, ਆਪਦੇ ਪਤਾ ਨਹੀਂ ਕਿਹੜੇ ਵੈਂਡਾਟਾ ਨੂੰ ਇਹ ਹਜੇ ਤੱਕ ਲੈ ਕੇ ਬੈਠੇ ਨੇ। ਅਸੀਂ ਅਗਰ ਅੱਜ ਦੇਖੀਏ ਸਾਰੇ, ਤੁਸੀਂ ਇਹ ਜਿਹਾ ਕੋਈ ਹਿੰਦੂ ਨਹੀਂ ਹੋਏਗਾ ਜਿਹਦਾ ਸਿੱਖ ਦੋਸਤ ਨਾ ਹੋਵੇ, ਇਹ ਜਿਹਾ ਕੋਈ ਸਿੱਖ ਨਹੀਂ ਹੋਏਗਾ ਜਿਹਦਾ ਹਿੰਦੂ ਦੋਸਤ ਨਾ ਹੋਵੇ। ਸੋ ਵਾਈ ਡੂ ਵੀ ਹੈਵ ਟੂ ਟਾਕ ਅਬਾਊਟ ਸੱਚ negative thoughts? Why should we get involved in such negative matters? Right? But these are the people who are still holding the grudge. They have not seen that how Punjab has progressed, right? How brotherhood has deepened in Punjab today, right? I am not denying the fact that past which wrong hoye si, everyone was wronged. I am not taking it lightly also, but I am saying that we should look to the future, not to the past. Past beholds destruction, future beholds the promise of progress, right? So future ਨੂੰ ਆਪਾਂ ਨੂੰ ਸੋਚ ਕੇ ਚੱਲਣਾ ਚਾਹੀਦਾ ਹੈ, not what happened in the past, ਠੀਕ ਹੈ ਜੀ। ਸੋ ਇਹ ਬੇਸਿਕ ਮੁੱਦਾ ਹੈ। ਬਟ ਹੁਣ ਇੰਡੀਆ ਕੈਨੇਡਾ ਦੇ ਅਗਰ ਰਿਲੇਸ਼ਨਸ ਆਪਾਂ ਅੱਜ ਤੱਕ ਦੇਖੀਏ ਤਾਂ ਕਾਫੀ ਅੱਛੇ ਰਹੇ ਹੈ। ਪੋਲੀਟੀਕਲ ਲੈਵਲ ਤੇ ਦੇਖੋ ਦੋਨੋਂ ਹੀ ਕੰਟਰੀਜ਼ ਡੈਮੋਕ੍ਰੇਸੀ ਨੂੰ ਅਪਹੋਲਡ ਕਰਦੀਆਂ ਹੈ, ਪਲੂਰਲਿਜ਼ਮ ਨੂੰ, ਲਿਬਰਲਿਜ਼ਮ ਨੂੰ,
ਦੋਨੋਂ ਹੀ ਕੰਟਰੀਜ਼ ਸਪੋਰਟ ਤੇ ਪ੍ਰਮੋਟ ਕਰਦੀਆਂ ਹੈ। ਸੋ ਆਬਵੀਅਸਲੀ ਪੋਲੀਟੀਕਲ ਲੈਵਲ ਤੇ ਇਹ ਕਾਫੀ ਕਲੋਜ਼ ਰਹਿੰਦੀਆਂ ਨੇ। ਪੋਲੀਟੀਕਲ ਇੰਗੇਜਮੈਂਟਸ ਵੀ ਦੇਖੀਏ ਤਾਂ ਹੁੰਦੀਆਂ ਰਹੀਆਂ ਹੈ। 2015 ਚ ਦੇਖੋ ਸਟ੍ਰੈਟੇਜਿਕ ਪਾਰਟਨਰਸ਼ਿਪ ਵੀ ਐਸਟੈਬਲਿਸ਼ ਹੋਈ ਸੀ। ਬਟ ਜਦ ਤੋਂ ਇਹਨਾਂ ਨੇ ਖਾਲਿਸਤਾਨੀ ਐਲੀਮੈਂਟਸ ਨੂੰ ਬਹੁਤ ਜ਼ਿਆਦਾ ਸਪੋਰਟ ਦੇਣਾ ਸ਼ੁਰੂ ਕੀਤਾ ਹੈ, ਪੋਲੀਟੀਕਲ ਟਾਈਜ਼ ਵੀ ਡਿਕਰੀਜ਼ ਹੋਣ ਲੱਗ ਗਏ ਹੈ। ਇੰਡੀਅਨ ਲੀਡਰਸ਼ਿਪ ਇਜ਼ not very much interested in engaging with such people who are promoting separatism in Punjab or India। ठीक है, सो दैट इज द इशू। इकोनॉमिक टाइज देखो तो वो भी बहुत स्ट्रॉन्ग है। $8 बिलियन तो ज्यादा ਦਾ ਟ੍ਰੇਡ ਹੋ ਰਿਹਾ ਹੈ ਐਟ ਪ੍ਰੈਜ਼ੈਂਟ। ਅਗਰ ਤੁਸੀਂ ਦੇਖੋ ਆਲਮੋਸਟ 4 ਬਿਲੀਅਨ ਇੰਡੀਆ ਐਕਸਪੋਰਟ ਕਰਦਾ ਹੈ ਇਨ ਡਿਫਰੈਂਟ ਫਾਰਮਸ ਲਾਈਕ ਫਾਰਮਾਸਿਊਟੀਕਲਸ, ਜੈਮਸ, ਜੁਐਲਰੀ ਐਂਡ ਐਟਸੈਟਰਾ। ਐਂਡ ਕੈਨੇਡਾ ਵੀ ਇੰਡੀਆ ਨੂੰ 4 ਬਿਲੀਅਨ ਦਾ ਆਲਮੋਸਟ ਐਕਸਪੋਰਟ ਕਰ ਰਿਹਾ ਇਨ ਦੀ ਫਾਰਮ ਆਫ ਪਲਪਸ, ਟਿੰਬਰ, ਪਲਪ ਐਂਡ ਆਲ ਦਸ ਪ੍ਰੋਡਕਟਸ। ਠੀਕ ਹੈ ਜੀ। ਉਸ ਤੋਂ ਬਾਅਦ ਅਗਰ ਤੁਸੀਂ ਦੇਖੋ ਕੈਨੇਡੀਅਨ ਪੈਨਸ਼ਨ ਫੰਡਸ ਦੀ ਇਨਵੈਸਟਮੈਂਟਸ ਇੰਡੀਆ ਵਿੱਚ ਬਹੁਤ ਹੈ। $45 ਬਿਲੀਅਨ ਤੋਂ ਜ਼ਿਆਦਾ ਦੀ ਇਨਵੈਸਟਮੈਂਟਸ ਤੁਸੀਂ ਕਹਿ ਸਕਦੇ ਹੋ ਇਨ ਦੀ ਫਾਰਮ ਆਫ ਇਹ ਆਪਣੇ ਇੰਫਰਾਸਟ੍ਰਕਚਰ 'ਚ ਪੈਸੇ ਲਾਉਂਦੇ ਆ, ਬੈਂਕਿੰਗ, ਡਿਫਰੈਂਟ ਏਰੀਆਜ਼ 'ਚ ਇਹਨਾਂ ਦਾ ਪੈਸਾ ਲੱਗਿਆ ਹੁੰਦਾ ਹੈ। that is also very high. This helps in development of different infrastructure, renewable energy and all in India। ठीक है। बाकी India is the fourth largest recipient of Canadian FDI। So that is how also India is benefiting। right। ਹੁਣ ਅੱਗੇ ਗੱਲਬਾਤ ਵਧਾਉਣ ਲਈ ਡਾਇਲੌਗ ਮੈਕੈਨਿਜ਼ਮਸ ਵੀ ਅਸੀਂ ਬਹੁਤ ਸਾਰੇ ਐਸਟੈਬਲਿਸ਼ ਕੀਤੇ ਹੋਏ ਹੈ ਔਨ ਹਾਇਰ ਐਜੂਕੇਸ਼ਨ, ਕਾਊਂਟਰ ਟੈਰਰਿਜ਼ਮ, ਸਿਵਲ ਨਿਊਕਲੀਅਰ ਕੋਆਪਰੇਸ਼ਨ। ਇਸ ਤਰੀਕੇ ਨਾਲ ਡਿਫਰੈਂਟ ਏਰੀਆਜ਼ ਵਿੱਚ ਕੋਆਪਰੇਸ਼ਨ ਅੱਗੇ ਵਧਾਉਣ ਲਈ ਵੀ ਹੈਵ ਐਸਟੈਬਲਿਸ਼ਡ ਜੁਆਇੰਟ ਵਰਕਿੰਗ ਗਰੁੱਪਸ ਆਲਸੋ ਔਰ ਅਦਰ ਡਾਇਲੌਗ ਮੈਕੈਨਿਜ਼ਮਸ। that is also a significant development। nuclear field ਚ ਦੇਖੋ ਤਾਂ Canada has nuclear resources, basic uranium and all which can power India's energy security। ਦੇਖੋ India is an energy dependent country, you can say ਸਾਡੇ ਕੋਲ energy ਦੇ ਬਹੁਤ ਖਾਸ resources ਨਹੀਂ ਹੈ। ਆਪਾਂ oil ਹੋ, natural gas ਹੋ, coal ਹੋ ਜਾਂ latest resources nuclear ਹੋ, uranium ਹੋ, we are importing them largely from outside world। इंडिया कोल अपने कोल बहुत ज्यादा rich resources नहीं है, सिर्फ कोल है। but now we are moving away from coal also। ठीक है। कोल है या सोलर एनर्जी है विच इज रिच इन इंडिया, बायोफ्यूल है, इन्ना ते इंडिया हजे बनाने की कोशिश कर रहा है। दिस इज द फ्यूल ऑफ पास्ट, नाउ इट कैनॉट बी यूज्ड इन a few years। coal will be stopped almost completely। ठीक है। these are the future, India is developing them a lot। ਇਹ ਸਾਨੂੰ ਇੰਡੀਪੈਂਡੈਂਸ, એનર્ਜੀ ਇੰਡੀਪੈਂਡੈਂਸ ਦੇਣ ਚ ਵੀ ਹੈਲਪ ਕਰਨਗੇ। but until then we need outside countries। ਤੇ ਕੈਨੇਡਾ ਸਾਨੂੰ ਨਿਊਕਲੀਅਰਸ ਵਿੱਚ ਕਾਫੀ ਹੈਲਪ ਕਰ ਸਕਦਾ ਹੈ। ਤਾਂ ਉਹਦੇ ਲਈ ਵੀ ਡੀਲਸ ਵਗੈਰਾ ਅੱਗੇ ਚੱਲ ਰਹੀਆਂ ਹੈ। ਬਟ ਨਾਓ ਸਿੰਸ ਦ ਰਿਲੇਸ਼ਨਸ਼ਿਪ ਹੈਜ਼ ਵਰਸਨਡ ਇਟ ਇਜ਼ ਲੈਸ ਲਾਈਕਲੀ ਕਿ ਇਹ ਤੇ ਕੋਈ ਅੱਗੇ ਪ੍ਰੋਗਰੈਸ ਹੋਏਗੀ। ਰਾਈਟ। ਬਟ ਇਸ ਏਰੀਆ 'ਚ we have potential। energy cooperation, as I told you, Canada is rich in different kind of resources, uranium, natural gas, oil, coal, minerals, etc। ਇਹਨੂੰ energy super power ਦਾ ਵੀ ਖਿਤਾਬ ਦਿੱਤਾ ਜਾਂਦਾ ਹੈ because of largest resources, that one of the largest resources that it is holding in these areas। so India can benefit as India is energy needy country, energy poor country। but now again the cooperation will hamper, but this is also an area of cooperation where the two countries are already cooperating। देखो Indian Oil Corporation ਜਿਹੜੀ ਹੈ it is already working in LPG LNG cooperation in British Columbia, that is in Canada। right। ਉਸ ਤੋਂ ਬਾਅਦ ਸਪੇਸ ਸੈਕਟਰ 'ਚ ਵੀ ਦੋਨੋਂ ਦੀ ਏਜੰਸੀਜ਼ ਦੀ ਕੋਆਪਰੇਸ਼ਨ ਹੈ। ਇਸਰੋ ਤੇ ਕੈਨੇਡੀਅਨ ਸਪੇਸ ਏਜੰਸੀਜ਼ ਨੇ ਕਾਫੀ ਸਾਰੇ MOUs ਸਪੇਸ ਦੇ ਫੀਲਡ ਵਿੱਚ ਸਾਈਨ ਕੀਤੇ ਗਏ ਨੇ। ਇੰਡੀਆ ਇਹਨਾਂ ਦੀ ਸੈਟੇਲਾਈਟਸ ਵਗੈਰਾ ਵੀ ਲਾਂਚ ਕਰਦਾ ਰਿਹਾ ਹੈ whenever they need। ਰਾਈਟ। ਨੈਨੋ ਸੈਟੇਲਾਈਟਸ ਵੀ ਇਹਨਾਂ ਦੀ ਆਪਾਂ ਲਾਂਚ ਕੀਤੀਆਂ ਹੈ। ਸੋ ਸਪੇਸ ਦੇ ਫੀਲਡ 'ਚ ਵੀ ਕੋਆਪਰੇਸ਼ਨ ਅੱਛੀ ਹੈ। people to people ties are also good। you already know that there is a huge Indian diaspora, especially from Punjab। they are going and studying and living in Canada। so it is estimated कि currently 3 ਲੱਖ ਤੋਂ ਵੀ ਕਾਫੀ ਜ਼ਿਆਦਾ ਸਟੂਡੈਂਟਸ, ਇੰਡੀਅਨ ਸਟੂਡੈਂਟਸ they are in at Canadian institutions। ਠੀਕ ਹੈ ਜੀ। 200 ਐਜੂਕੇਸ਼ਨਲ ਪਾਰਟਨਰਸ਼ਿਪਸ ਹੈ ਇੰਡੀਆ ਤੇ ਕੈਨੇਡਾ ਦੇ ਵਿੱਚ ਡਿਫਰੈਂਟ ਫਾਰਮ ਦੀਆਂ। ਇੰਡੀਅਨ ਸਟੂਡੈਂਟਸ ਨੇ ਅਕੋਰਡਿੰਗ ਟੂ ਕੈਨੇਡੀਅਨ ਬਿਊਰੋ ਆਫ ਇੰਟਰਨੈਸ਼ਨਲ ਐਜੂਕੇਸ਼ਨ, Indian students have contributed almost $5 billion to the Canadian economy। ਠੀਕ ਹੈ। ਦੇਖੋ ਤੁਸੀਂ ਇੰਨਾ ਪੈਸਾ ਅਸੀਂ ਉਹਨਾਂ ਨੂੰ ਕਮਾ ਕੇ ਦੇ ਰਹੇ ਹਾਂ ਟੈਕਸਿਸ ਦੇ ਫਾਰਮ ਵਿੱਚ, ਡਿਫਰੈਂਟ ਫਾਰਮਸ 'ਚ ਵੀ ਆਰ ਪੇਇੰਗ ਟੂ ਦ ਕੈਨੇਡੀਅਨ ਗਵਰਨਮੈਂਟ। ਇਸ ਲਈ ਉਹ ਆਪਾਂ ਨੂੰ ਅਲਾਉ ਵੀ ਕਰ ਰਹੇ ਨੇ। ਰਾਈਟ। ਤੇ ਇੰਡੀਅਨ ਸਟੂਡੈਂਟਸ ਜਿਹੜੇ ਹੈ ਉਹ ਲਾਰਜੈਸਟ ਇੰਟਰਨੈਸ਼ਨਲ ਗਰੁੱਪ ਹੈ ਕੈਨੇਡਾ ਵਿੱਚ, ਅਕਾਊਂਟਿੰਗ ਫॉर 20% of the total international students। ठीक है। इसलिए people to people ties have also been strong। ਰਾਈਟ। ਬਟ ਇਸ਼ੂਜ਼ ਜਿਹੜੇ ਆ ਕਾਫੀ ਰਹੇ ਨੇ ਇੰਡੀਆ ਕੈਨੇਡਾ ਦੇ ਵਿੱਚ। ਸਭ ਤੋਂ ਵੱਡਾ
issue being the promotion of separatist movement that that is given in Canada. ठीक है, so as I told you कि कनाडा ਦੀ politics ਜਿਹੜੀ ਹੈ ਇਹ ਖਾਲਿਸਤਾਨੀ मूवमेंट ਵੱਲ ਜ਼ਿਆਦਾ strong ਰਹਿੰਦੀ ਹੈ। they want their votes, they want their support, as 2% of the Canadian population is from Sikh diaspora। ਸੋ ਇਹ ਕਿਆ ਕਰਦੇ ਹੈ ਕਿ ਉਹਨਾਂ ਨੂੰ ਰੋਕਣ ਲਈ ਕੁਝ ਵੀ ਨਹੀਂ ਕਰਦੇ ਹੈ। ਕੰਟੀਨਿਊਸਲੀ ਵੀ ਆਰ ਸੀਇੰਗ ਕਿ ਖਾਲਿਸਤਾਨੀ ਰੈਫਰੈਂਡਮਸ ਹੁੰਦੇ ਨੇ ਜਾਂ ਜਿਹੜੇ ਇੰਡੀਆ ਵਿੱਚ ਡੈਜ਼ਿਗਨੇਟਿਡ ਟੈਰਰਿਸਟ ਹੈ ਉਹਨਾਂ ਨੂੰ ਸ਼ੇਡ ਦਿੱਤੀ ਜਾਂਦੀ ਹੈ ਕੈਨੇਡਾ ਦੇ ਵਿੱਚ। ਹੁਣ ਵੀ ਦੇਖੋ ਜਦੋਂ ਇੱਕ ਕੇਸ ਡੈਜ਼ਿਗਨੇਟਿਡ ਖਾਲਿਸਤਾਨੀ ਲੀਡਰ ਜਿਹੜਾ ਹੈ ਇਹਨਾਂ ਦੀ ਡੈਥ ਹੋਈ ਹੈ ਤਾਂ ਕੈਨੇਡਾ ਜਿਹੜਾ ਹੈ ਇੰਡੀਆ ਨਾਲ ਲੜ ਰਿਹਾ ਇਸ ਬੇਸਿਸ ਤੇ, rather than saying that this person was dangerous for India's security and sovereignty and we should support them। ठीक है, सो खालिस्तानी एलिमेंट्स देखो ਕਾਫੀ ਇੰਡੀਆ ਦੇ ਇੰਟਰਸਟ ਦੇ ਅਗੇਂਸਟ ਹੈ, ਰੈਫਰੈਂਡਮਸ ਕੰਡਕਟ ਕਰਦੇ ਆ ਸ਼ੋਇੰਗ ਦੈਟ ਦੇ ਵਾਂਟ ਇੰਡੀਪੈਂਡੈਂਟ ਸਟੇਟ। ਵੀ ਸਾਡੇ ਤੋਂ ਤਾਂ ਪੁੱਛ ਲਓ ਸਾਨੂੰ ਇੰਡੀਪੈਂਡੈਂਟ ਸਟੇਟ ਚਾਹੀਦੀ ਹੈ ਕਿ ਨਹੀਂ। ਵੀ ਆਰ ਹੈਪੀ, ਵੀ ਹੈਵ ਫਰੈਂਡਸ ਹੇਅਰ, ਵੀ ਹੈਵ ਸਿੱਖ ਫਰੈਂਡਸ, ਵੀ ਹੈਵ ਹਿੰਦੂ ਫਰੈਂਡਸ, ਵੀ ਆਰ ਲਿਵਿੰਗ ਹੈਪੀਲੀ ਹੇਅਰ, ਵੀ ਡੂ ਨਾਟ ਵਾਂਟ ਐਨੀ ਸਚ ਰੈਫਰੈਂਡਮ। ਸਾਡੇ ਤੋਂ ਤਾਂ ਪੁੱਛ ਲਓ, ਬਾਹਰ ਬੈਠੇ ਕੁਝ ਵੀ ਡਿਸੀਜਨ ਲੈ ਰਹੇ ਹੋ, ਰਾਈਟ। ਜਾਂ ਤਾਂ ਕਮ ਹੇਅਰ, ਸਿਟ ਹੇਅਰ, ਸਾਰਾ ਆਪਦਾ ਪਰਿਵਾਰ ਲਿਆਓ, ਫਿਰ ਗੱਲ ਕਰੋ। ਜਦੋਂ ਤੁਹਾਡੇ ਬੱਚੇ ਮਰਨਗੇ ਉਦੋਂ ਸਮਝ ਆਏਗਾ ਨਾ ਦੈਟ ਹਾਊ ਇਟ ਇਜ਼ ਟੂ ਯੂ ਨੋ ਰੇਜ਼ ਸਚ ਸੈਪਰੇਟਿਸਟ ਐਕਟਸ। ਖੁਦ ਦੇ ਬੱਚੇ ਤੁਸੀਂ ਦੇਖੋ ਕਸ਼ਮੀਰ ਵਾਲੇ ਵੀ ਇਹੀ ਕਰਦੇ ਆ। ਜਿੰਨੇ ਵੀ ਕਸ਼ਮੀਰ ਦੇ ਸੈਪਰੇਟਿਸਟ ਲੀਡਰਸ ਹੈ ਉਹਨਾਂ ਦੇ ਖੁਦ ਦੇ ਬੱਚੇ ਬ੍ਰਿਟੇਨ ਜਾਂ ਅਦਰ ਵੱਡੀ ਕੰਟਰੀਜ਼ ਵਿੱਚ ਜਾ ਕੇ ਪੜ੍ਹ ਰਹੇ ਨੇ, ਸਕੂਨ ਨਾਲ ਰਹਿ ਰਹੇ ਨੇ ਤੇ ਅਮੀਰ ਯੂ نو ਸਿਚੁਏਸ਼ਨਸ ਵਿੱਚ ਦੇ ਆਰ ਸਰਵਾਈਵਿੰਗ। ਬਟ ਮਰ ਕੌਣ ਰਿਹਾ ਹੈ? ਕਸ਼ਮੀਰ ਦੇ ਆਮ ਲੋਕ। ਠੀਕ ਹੈ, ਸੋ ਕਸ਼ਮੀਰੀ ਤਾਂ ਇਹ ਨਹੀਂ ਸਮਝ ਪਾਏ, ਬਟ ਵੀ ਸ਼ੁਡ ਐਟਲੀਸਟ ਟਰਾਈ ਟੂ ਅੰਡਰਸਟੈਂਡ ਵਾਟ ਦੇ ਹੈਵ ਟੂ ਡੂ। ਇਹ ਆਪਦੇ ਪੋਲੀਟੀਕਲ ਇੰਟਰਸਟ ਲਈ ਲੋਕਾਂ ਦੇ ਵਿੱਚ ਅਲਗਾਵ ਪੈਦਾ ਕਰਦੇ ਨੇ। ਦੇ ਵਿਲ ਸ਼ੋ ਲਾਈਕ ਸਿੱਖਸ ਆਰ ਡਿਫਰੈਂਟ ਫਰੋਮ ਹਿੰਦੂਜ਼, ਬਟ ਵਾਟ ਇਜ਼ ਦ ਡਿਫਰੈਂਸ, ਰਾਈਟ। ਠੀਕ ਹੈ, ਸੋ ਇਹ ਸਭ ਚੀਜ਼ਾਂ ਆਪਾਂ ਨੂੰ ਐਜ਼ ਅ ਲਰਨਡ ਪੀਪਲ ਵੀ ਹੈਵ ਟੂ ਅੰਡਰਸਟੈਂਡ ਐਂਡ ਸਟਾਪ ਦੀ ਸਪਰੈਡ ਆਫ ਸਚ ਐਕਟਸ। ठीक है, so this is the major issue between India and Canada। बाकी प्रॉब्लम्स ਤਾਂ ਸੋਲਵ ਹੋ ਜਾਣਗੀਆਂ, ਬਟ ਇਟ ਇਜ਼ ਵੈਰੀ ਇੰਪੋਰਟੈਂਟ ਕਿ ਡਾਇਲੌਗ ਜਿਹੜਾ ਹੈ ਓਪਨ ਹੋਵੇ। ਕੈਨੇਡਾ ਸ਼ੁੱਡ ਸ਼ੋ ਸਮ ਰਿਸਪੌਂਸਿਵਨੈਸ ਟੂ ਇੰਡੀਆਜ਼ ਕੰਸਰਨ, ਦੈਨ ਓਨਲੀ ਇੰਡੀਆ ਕੈਨ ਟੇਕ ਦੀ ਰਿਲੇਸ਼ਨਸ਼ਿਪ ਫਾਰਵਰਡ, ਰਾਈਟ। ਹੁਣ ਅਗਰ ਤੁਹਾਡੇ ਤੋਂ ਪੁੱਛਿਆ ਜਾਵੇ ਕਿ ਇੰਪੈਕਟ ਕਿਆ ਹੋਏਗਾ ਲੇਟੈਸਟ ਸਿਚੁਏਸ਼ਨ ਦਾ ਜੋ ਇੰਡੀਆ ਕੈਨੇਡਾ ਦੇ ਵਿੱਚ ਚੱਲ ਰਹੀ ਹੈ ਦੋਨਾਂ ਦੇ ਬਾਇਲੇਟਰਲ ਰਿਲੇਸ਼ਨਸ ਵਿੱਚ, ਸੋ ਯੂ ਕੈਨ ਸੇ ਦੈਟ ਇਟ ਵਿਲ ਓਨਲੀ ਡੀਪਨ ਡਿਸਟਰਸਟ ਬਿਟਵੀਨ ਦੀ ਟੂ ਨੇਸ਼ਨਸ। ਠੀਕ ਹੈ, ਸੋ ਜਿਹੜੇ ਵੀ ਪੋਟੈਂਸ਼ੀਅਲ ਏਰੀਆਜ਼ ਹੈ, ਜਿਵੇਂ ਮੈਂ ਤੁਹਾਨੂੰ ਕਿਹਾ ਨਿਊਕਲੀਅਰ એનર્ਜੀ ਹੈ, ਇਕਨੋਮਿਕ ਪਾਰਟਨਰਸ਼ਿਪ ਹੈ, ਜਿੱਥੇ ਵੀ ਸਪੇਸ ਪਾਰਟਨਰਸ਼ਿਪ ਹੈ, ਇਹ ਅੱਗੇ ਨਹੀਂ ਵੱਧ ਪਾਏਗੀ। ਹੁਣ ਅਗਰ ਲੜਾਈ ਚੱਲ ਰਹੀ ਹੈ ਆਬਵੀਅਸਲੀ ਅੱਗੇ ਤਾਂ ਨਹੀਂ ਵਧੇਗੀ। ਜੋ ਆਲਰੇਡੀ ਏਰੀਆਜ਼ ਚੱਲ ਰਹੇ ਆ ਦੇ ਮਾਈਟ ਕੰਟੀਨਿਊ ਅਕੋਰਡਿੰਗ ਟੂ ਐਕਸਪਰਟਸ, ਬਟ ਫਰਦਰ ਪ੍ਰੋਗਰੈਸ ਵਿਲ ਬੀ ਕੰਪਲੀਟਲੀ ਸਟਾਪਡ। ਠੀਕ ਹੈ, ਇੰਪੈਕਟ ਜਿਹੜਾ ਇੰਡੀਅਨ ਡਾਇਸਪੋਰਾ ਤੇ ਵੀ ਹੋਏਗਾ। ਤੁਸੀਂ ਆਲਰੇਡੀ ਦੇਖ ਰਹੇ ਹੋ ਵੀਜ਼ਾ ਸਰਵਿਸਿਜ਼ ਵਗੈਰਾ ਰਿਸਟ੍ਰਿਕਟ ਕੀਤੀਆਂ ਜਾ ਰਹੀਆਂ, ਬੰਦ ਕੀਤੀਆਂ ਜਾ ਰਹੀਆਂ ਹੈ। ਹੋ ਸਕਦਾ ਹੈ ਕਿ ਜਿਹੜੇ ਇੰਡੀਆ ਦੇ ਸਟੂਡੈਂਟਸ ਨੇ ਜਾ ਕੇ ਪੜ੍ਹਨਾ ਚਾਹੁੰਦੇ ਆ, ਓਪਰਚੁਨਿਟੀਜ਼ ਚਾਹੁੰਦੇ ਆ, ਉਹਨਾਂ ਲਈ ਹੋਰ ਰਿਸਟ੍ਰਿਕਸ਼ਨ ਸ਼ੁਰੂ ਹੋ ਜਾਣ। ਐਂਡ ਉਧਰੋਂ ਜਿਹੜੇ ਕੈਨੇਡਾ ਚੋਂ ਲੋਕ ਇੰਡੀਆ ਵਿੱਚ ਆਉਣਾ ਚਾਹੁੰਦੇ ਹੈ ਉਹਨਾਂ ਲਈ ਵੀ ਦਿੱਕਤਾਂ ਸ਼ੁਰੂ ਹੋ ਜਾਣਗੀਆਂ, ਰਾਈਟ। ਸੋ ਓਵਰਆਲ ਸਾਡੇ ਇਕਨੋਮਿਕ ਟਾਈਜ਼, ਸਾਡੇ ਡਿਫੈਂਸ ਟਾਈਜ਼, ਸਾਡੇ ਨਿਊਕਲੀਅਰ ਟਾਈਜ਼, ਸਾਡੇ ਪੀਪਲ ਟੂ ਪੀਪਲ ਟਾਈਜ਼, everything will get impacted by this situation if Canada does not respond to the security sovereignty interests of India। ठीक है, इंडिया ਦੀ डायरेक्ट सिक्योरिटी ਤੇ sovereignty ਤੇ ਇੰਪੈਕਟ ਹੋ ਰਿਹਾ ਹੈ if Canada does not take an action against these threatening elements। ठीक है जी, that is all for today's discussion। if you have any doubt, query, you want to discuss any part of your preparation, PPSC or UPSC or any other state examination, just contact us at this number, right। That is all for today, thank you so much for joining।